Hello, dear students. I hope you fit and fine. I will explain show ਪੰਜਾਬੀ ਪਾਠ ਪੁਸਤਕ ਕਾਵ ਕਥਾ ਸੰਵੇਦਨਾ 9th grade lesson number 1 ਕਹਾਣੀ ਪੌਂਤਾ ਪਾਂਦੀ ਜੋ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਲਿਖੀ ਹੋਈ ਹੈ। ਅੱਜ ਅਸੀਂ ਪੌਂਤਾ ਪਾਂਦੀ ਕਹਾਣੀ ਪੜਾਂਗੇ। ਪੌਂਤਾ ਪਾਂਦੀ। ਅੰਮ੍ਰਿਤਸਰੋਂ ਲੁਧਿਆਣੇ ਵੱਲ ਗੱਡੀ ਆ ਰਹੀ ਸੀ। ਤੀਸਰੇ ਦਰਜੇ ਖਚਾ ਖਚ ਭਰੇ ਸਨ। ਸਾਰੀ ਗੱਡੀ ਭੋਂ ਆ ਕੇ ਇੱਕ ਭਾਰਾ ਜਿਹਾ ਸੱਜਣ ਇੱਕ ਡੱਬੇ ਅੱਗੇ ਆ ਖਲੋਤਾ ਤੇ ਮਿੰਨਤਾਂ ਕੀਤੀਆਂ, ਪਰ ਅੰਦਰਲਿਆਂ ਨੇ ਝਾੜ ਛੱਡਿਆ। ਕੋਈ ਥਾਂ ਨਹੀਂ। ਉਹ ਨਿੰਮੋ ਚੋਣਾ ਹੋਇਆ ਹਿੱਲਣ ਹੀ ਲੱਗਾ ਸੀ ਕਿ ਅੰਦਰੋਂ ਕਿਸੇ ਆਖਿਆ, ਥਾਂ ਕਿਉਂ ਨਹੀਂ, ਤੁਸੀਂ ਆਓ ਜੀ। ਇੱਕ ਫੌਜੀ ਵਰਦੀ ਵਿੱਚ ਸਨ ਤੇ ਇਹਨਾਂ ਦੇ ਸਿਪਾਹੀ ਇਹਨਾਂ ਨੂੰ ਮੇਜਰ ਸਾਹਿਬ ਆਖਦੇ ਸਨ। ਬਾਹਰਲਾ ਸੱਜਣ ਅੰਦਰ ਧੁੱਸ ਕੇ ਇਹਨਾਂ ਦੇ ਕੋਲ ਆ ਕੇ ਖੜੋਤਾ। ਬੱਚੇ, ਇਸ ਵਿੱਚ ਜੋ ਕਵੀ ਹੈ ਗੁਰਬਖਸ਼ ਸਿੰਘ ਪ੍ਰੀਤਲੜੀ, ਉਹ ਕਹਿ ਰਿਹਾ ਕਿ ਇੱਕ ਗੱਡੀ ਹੈ ਜੋ ਕਿ ਅੰਮ੍ਰਿਤਸਰ ਤੋਂ ਲੁਧਿਆਣੇ ਵੱਲ ਨੂੰ ਆ ਰਹੀ ਆ। ਠੀਕ ਹੈ। ਇੱਕ ਭਾਰਾ ਜਿਹਾ ਸੱਜਣ ਭਾਵ ਇੱਕ ਭਾਰਾ ਜਿਹਾ ਆਦਮੀ ਆ ਜੋ ਕਿ ਪੂਰੇ ਸਟੇਸ਼ਨ ਤੇ ਰੇਲ ਗੱਡੀ ਦੇ ਆਲੇ ਦੁਆਲੇ ਘੁੰਮ ਕੇ ਕੀ ਕੀਤਾ ਆ, ਇੱਕ ਡੱਬੇ ਤੇ ਮੂਹਰੇ ਆ ਕੇ ਖੜ ਗਿਆ ਤੇ ਜਿਹੜੀਆਂ ਅੰਦਰ ਸਵਾਰੀਆਂ ਸੀਗੀਆਂ ਉਹਨਾਂ ਨੇ ਕੀ ਕੀਤਾ, ਉਸ ਨੂੰ ਝਾੜ ਛੱਡਿਆ ਤਾਂ ਕਿ ਅਸੀਂ ਤੁਹਾਨੂੰ ਡੱਬੇ ਵਿੱਚ ਨਹੀਂ ਬਿਠਾ ਸਕਦੇ। ਡੱਬੇ ਵਿੱਚ ਕਿਉਂ ਨਹੀਂ ਬਿਠਾ ਸਕਦੇ? ਕਿਉਂਕਿ ਡੱਬੇ ਦੇ ਵਿੱਚ ਕੀ ਸੀ, ਬਹੁਤ ਹੀ ਜ਼ਿਆਦਾ ਭੀੜ ਸੀ। ਉਹ ਨਿੰਮੋ ਚੋਣਾ ਹੋ ਕੇ ਕੀ ਆ ਉੱਥੇ ਮਤਲਬ ਕਿ ਸ਼ਰਮਿੰਦਾ ਹੋ ਕੇ ਨੀਵੀਂ ਪਾ ਕੇ ਡੱਬੇ ਤੋਂ ਤੁਰਨ ਹੀ ਲੱਗਿਆ ਸੀ ਕਿ ਅੰਦਰੋਂ ਕਿਸੇ ਨੇ ਆਵਾਜ਼ ਮਾਰੀ, ਤੁਸੀਂ ਆਓ। ਇਹ ਕੋਈ ਫੌਜੀ ਵਰਦੀ ਵਿੱਚ ਸੀ। ਠੀਕ ਹੈ। ਜਿਹੜੇ ਦੇ ਨਾਲ ਦੇ ਸਿਪਾਹੀ ਸੀ ਇਹਨੂੰ ਕੀ ਕਹਿੰਦੇ ਸੀਗੇ, ਇਸ ਇਨਸਾਨ ਨੂੰ ਮੇਜਰ ਸਾਹਿਬ। ਬਾਹਰਲਾ ਸੱਜਣ ਕੀ ਆ, ਅੰਦਰ ਆ ਕੇ ਵੜ ਗਿਆ, ਭਾਵ ਅੰਦਰ ਧੁੱਸ ਕੇ ਧੱਕੇ ਦੇ ਨਾਲ ਕੀ ਆ, ਅੰਦਰ ਆ ਕੇ ਖੜਾ ਹੋ ਗਿਆ। 1-2 ਮਿੰਟਾਂ ਬਾਅਦ ਉਹਨਾਂ ਆਖਿਆ, ਉਸ ਅਖੀਰਲੀ ਸੀਟ ਤੇ ਬੈਠੇ ਆਦਮੀ ਨੇ ਅਗਲੇ ਸਟੇਸ਼ਨ ਤੇ ਉਤਰ ਜਾਣਾ ਹੈ, ਤੁਸੀਂ ਕਿਸੇ ਤਰ੍ਹਾਂ ਉੱਥੇ ਪਹੁੰਚ ਜਾਓ, ਪਹੁੰਚਣਾ ਹੀ ਮੁਸ਼ਕਲ ਹੈ। ਉਸ ਆਖਿਆ, ਵੇਖੋ ਮੈਂ ਤੁਹਾਨੂੰ ਕਿਸ ਤਰ੍ਹਾਂ ਪਹੁੰਚਾਉਂਦਾ ਹਾਂ। ਤੇ ਉਹਨਾਂ ਆਪਣਾ ਪਾਸਾ ਜਰਾ ਕੁ ਚੁੱਕ ਕੇ ਉਸ ਨੂੰ ਪੰਚਾਂ ਦੀ ਵਿਚਕਾਰਲੀ ਢੋਹ ਉੱਤੇ ਖੜਾ ਕਰ ਦਿੱਤਾ। ਫਿਰ ਜੋ ਡੱਬੇ ਵਿੱਚ ਮੇਜਰ ਸਾਹਿਬ ਸੀ, ਠੀਕ ਹੈ, ਉਹਨੇ ਕੀ ਕਿਹਾ, ਕਹਿੰਦੇ ਮੈਂ ਤੁਹਾਨੂੰ ਉਸ ਡੱਬੇ ਤੱਕ ਪਹੁੰਚਾ। ਮੇਜਰ ਸਾਹਿਬ ਨੇ ਕਿਹਾ ਕਿ ਜਿਹੜਾ ਅਖੀਰਲੀ ਸੀਟ ਤੇ ਇੱਕ ਬੰਦਾ ਇੱਕ ਇਨਸਾਨ ਜੋ ਮਤਲਬ ਇੱਕ ਆਦਮੀ ਜੋ ਬੈਠਾ ਹੈ, ਉਹਨੇ ਕੀ ਕਰਨਾ ਆ, ਅਗਲੇ ਸਟੇਸ਼ਨ ਤੇ ਉਤਰ ਜਾਣਾ ਆ ਵੀ ਤੂੰ ਉੱਥੇ ਤੱਕ ਪਹੁੰਚ ਜਾ। ਪਰ ਉਸ ਭਾਰੀ ਆਦਮੀ ਨੇ ਕਿਹਾ, ਕਹਿੰਦਾ ਪਹੁੰਚਣਾ ਹੀ ਔਖਾ। ਤੇ ਫਿਰ ਮੇਜਰ ਸਾਹਿਬ ਨੇ ਕਿਹਾ, ਕਹਿੰਦੇ ਕਿੱਦਾਂ ਨਹੀਂ ਪਹੁੰਚੇਗਾ, ਮੈਂ ਤੈਨੂੰ ਉਸਦੇ ਤੱਕ ਪਹੁੰਚਾਉਂਦਾ। ਉਹਨੇ ਕੀ ਕਿਹਾ, ਕਹਿੰਦੇ ਆਪਣੇ ਇੱਕ ਪਾਸਾ ਇੱਕ ਸਾਈਡ ਨੂੰ ਕਰਕੇ ਜਿਹੜੇ 2 ਉੱਥੇ ਬੈਂਚ ਲੱਗੇ ਹੋਏ ਸੀ, ਉਹ ਬੈਂਚਾਂ ਦੀ ਵਿਚਕਾਰਲੀ ਢੋਂ ਉੱਤੇ ਕੀ ਕਰ ਦਿੱਤਾ, ਉਸ ਨੂੰ ਖੜਾ ਕਰ ਦਿੱਤਾ। ਉੱਤੋਂ ਛੱਤ ਨੂੰ ਹੱਥ ਪਾ ਲਓ ਤੇ ਦੂਜੀਆਂ ਸਵਾਰੀਆਂ ਨੂੰ ਹਾਸੇ ਵਿੱਚ ਪਾਉਣ ਲਈ ਉਹਨਾਂ ਆਖਿਆ। ਮੇਜਰ ਸਾਹਿਬ ਨੇ ਸੁਭਾਰੇ ਆਦਮੀ ਨੂੰ ਕਿਹਾ ਕਿ ਉੱਪਰ ਛੱਤ ਨੂੰ ਹੱਥ ਪਾ ਲਓ, ਇਦਾਂ ਹੀ ਚੱਲਦੇ ਚੱਲਦੇ ਤੁਸੀਂ ਆਪਣੀ ਸੀਟ ਤੇ ਪਹੁੰਚ ਜਾਓਗੇ ਅਤੇ ਨਾਲੇ ਹੀ ਤੁਸੀਂ ਸਵਾਰੀਆਂ ਨੂੰ ਕੀ ਕਰਨਾ ਆ, ਹਾਸੇ ਵਿੱਚ ਪਾਉਣਾ ਆ, ਭਾਵ ਉਹਨਾਂ ਦਾ ਧਿਆਨ ਤੁਸੀਂ ਆਪਣੇ ਵੱਲ ਲਾਉਣਾ ਆ। ਇਹ ਸਰਦਾਰ ਜੀ ਕੋਈ ਤਮਾਸ਼ਾ ਵਿਖਾਉਣ ਲੱਗੇ ਹਨ, ਜਰਾ ਸੰਭਲ ਜਾਓ ਮਤੇ ਇਹਨਾਂ ਹੇਠਾਂ ਕੋਈ ਬੰਦਾ ਪਿਸਿਆ ਜਾਵੇ। ਮੇਜਰ ਸਾਹਿਬ ਨੇ ਹਾਸੇ ਦੇ ਵਿੱਚ ਕਿਹਾ, ਕਹਿੰਦੇ ਇਹ ਭਾਰੀ ਆਦਮੀ ਕੋਈ ਤਮਾਸ਼ਾ ਦਿਖਾਉਣ ਲੱਗਾ ਆ, ਕਹਿੰਦੇ ਤੁਸੀਂ ਸੰਭਲ ਜਾਓ, ਕਿਤੇ ਐਵੇਂ ਨਾ ਹੋਵੇ ਕਿ ਤੁਸੀਂ ਇਹਨਾਂ ਦੇ ਹੇਠਾਂ ਹੀ ਆ ਜਾਓ। ਭਾਰੇ ਸਰੀਰ ਵੱਲ ਵੇਖ ਕੇ ਸਵਾਰੀਆਂ ਹੱਸੀਆਂ ਤੇ ਸਭ ਨੇ ਢੋਂ ਨਾਲੋਂ ਪਿੱਠਾਂ ਪਰਾਂ ਕਰ ਲਈਆਂ। ਹੁਣ ਉਹਨਾਂ ਨੇ ਜਿਹਦੇ ਨਾਲ ਢੋਆਂ ਲਾਈਆਂ ਹੋਈਆਂ ਸੀ, ਆਪਣੀਆਂ ਭਾਵ ਪਿੱਠਾਂ ਲਾਈਆਂ ਹੋਈਆਂ ਸੀ, ਉਹਨਾਂ ਨੇ ਕੀਤੀਆਂ ਆਪਣੀਆਂ ਪਿੱਠਾਂ ਪਰੇ ਕਰ ਲਈਆਂ। ਉਹ ਦੂਜੇ ਸਿਰੇ ਪਹੁੰਚ ਗਿਆ ਤੇ ਸਟੇਸ਼ਨ ਆਉਂਦਿਆਂ ਹੀ ਸੀਟ ਖਾਲੀ ਹੋਈ। ਉਹ ਆਰਾਮ ਨਾਲ ਬਹਿ ਗਿਆ ਤੇ ਸ਼ੁਕਰੀਏ ਵਿੱਚੋਂ ਦੂਰੋਂ ਮੇਜਰ ਸਾਹਿਬ ਨੂੰ ਹੱਥ ਜੋੜੇ ਅਤੇ ਫਿਰ ਕੀ ਸੀ, ਉਹ ਏਦਾਂ ਕਰਦਾ ਕਰਦਾ ਸਵਾਰੀਆਂ ਨੂੰ ਹਸਾਉਂਦਾ ਆਪਣੀ ਸੀਟ ਤੇ ਪਹੁੰਚ ਗਿਆ। ਠੀਕ ਹੈ। ਜੋ ਅਗਲੇ ਸਟੇਸ਼ਨ ਤੇ ਖਾਲੀ ਹੋਣੀ ਸੀ ਤੇ ਉਸਨੇ ਅੱਗੇ ਜਾ ਕੇ ਇਸ਼ਾਰਿਆਂ ਵਿੱਚ ਆਪਣੇ ਹੱਥ ਜੋੜ ਕੇ ਮੇਜਰ ਸਾਹਿਬ ਦਾ ਕੀ ਕੀਤਾ, ਧੰਨਵਾਦ ਕੀਤਾ। ਉਸ ਸਟੇਸ਼ਨ ਤੇ ਉਤਰਿਆ ਤਾਂ ਇੱਕੋ ਸੀ, ਪਰ ਚੜਨ ਵਾਲੇ 2 ਆ ਗਏ। ਕਹਿੰਦੇ ਉਸ ਸਟੇਸ਼ਨ ਤੇ ਉਤਰਿਆ ਤਾਂ ਇੱਕ ਆਦਮੀ ਸੀ, ਪਰ ਉੱਥੇ ਕੀ ਆ, ਹੁਣ 2 ਸਵਾਰੀਆਂ ਹੋਰ ਆ ਗਈਆਂ। ਬੂਹੇ ਅੱਗੇ ਖੜੋਤੇ ਸਿਪਾਹੀਆਂ ਨੇ ਝਿੜਕ ਛੱਡਿਆ। ਉਹਨਾਂ ਦੋਹਾਂ ਨੇ ਬੜੇ ਹੀ ਤਰਲੇ ਕੀਤੇ। ਮੇਜਰ ਸਾਹਿਬ ਨੇ ਫਿਰ ਆਖਿਆ, ਆ ਜਾਣ ਦਿਓ। ਫਿਰ ਸਵਾਰੀਆਂ ਨੇ ਕਿਹਾ ਵੀ ਡੱਬੇ ਦੇ ਵਿੱਚ ਬਹੁਤ ਜ਼ਿਆਦਾ ਇਕੱਠਾ, ਨਹੀਂ ਚੜ੍ਹਨ ਦੇਣਾ। ਪਰ ਮੇਜਰ ਸਾਹਿਬ ਨੂੰ ਫਿਰ ਤਰਸ ਆ ਗਿਆ। ਉਹਨੇ ਕੀ ਕਿਹਾ, ਕੋਈ ਗੱਲ ਨਹੀਂ, ਇਹਨਾਂ ਸਵਾਰੀਆਂ ਨੂੰ ਵੀ ਆ ਲੈਣ ਦਿਓ, ਪਰ ਕੋਠਾ ਇਹਨਾਂ ਨੂੰ ਸ਼ਵਾਬ ਲਈ ਚਾਹੀਦਾ। ਉਹ ਕਿੱਥੇ ਤਰਾਂਗੇ, ਸਿਪਾਹੀਆਂ ਨੇ ਆਖਿਆ। ਮੇਜਰ ਸਾਹਿਬ ਟੱਟੀ ਦੇ ਨੇੜੇ ਬੈਠੇ ਸਨ। ਉਹਨਾਂ ਟੱਟੀ ਦਾ ਬੂਹਾ ਖੋਲ੍ਹਿਆ। ਬੜੀ ਮਹਿਕ ਆਈ। ਸਵਾਰੀਆਂ ਨੇ ਨੱਕ ਕੱਜ ਲਏ, ਪਰ ਮੇਜਰ ਸਾਹਿਬ ਉੱਠੇ। ਮੈਂ 1 ਮਿੰਟ ਵਿੱਚ ਸਾਫ਼ ਕਰ ਦਿੰਦਾ ਹਾਂ, ਤੁਸੀਂ ਸਮਾਨ ਅੰਦਰ ਧਰਨ ਦੀ ਕਰੋ। ਬੱਚਿਓ ਹੱਸਣਾ ਨਹੀਂ। ਟੱਟੀ ਤੋਂ ਭਾਵ ਇੱਥੇ ਹੈ ਟਾਇਲਟ। ਕੀ ਕੀਤਾ ਮੇਜਰ ਸਾਹਿਬ ਨੇ, ਕੀ ਕੀਤਾ, ਟਾਇਲਟ ਦੇ ਨੇੜੇ ਗਏ। ਉਹਨਾਂ ਨੇ ਕੀ ਕੀਤਾ, ਟਾਇਲਟ ਦਾ ਬੂਹਾ ਖੋਲ੍ਹਿਆ
ਤੁਹਾਨੂੰ ਪਤਾ ਹੀ ਉੱਥੋਂ ਥੋੜੀ ਬਹੁਤੀ ਸਮੈਲ ਤਾਂ ਆਉਂਦੀ ਹੀ ਆ। ਸਵਾਰੀਆਂ ਨੇ ਆਪਣੇ ਆਪਣੇ ਨੱਕ ਬੰਦ ਕਰ ਲਏ। ਮੇਜਰ ਸਾਹਿਬ ਉੱਠੇ ਅਤੇ ਉਹਨਾਂ ਨੇ ਕਿਹਾ ਵੀ ਮੈਂ ਕੋਈ ਗੱਲ ਨਹੀਂ 2-4 ਮਿੰਟ 'ਚ ਇਸ ਟਾਇਲਟ ਨੂੰ ਸਾਫ਼ ਕਰ ਦਿੰਦਾ, ਤੁਸੀਂ ਆਪਣਾ ਸਮਾਨ ਇੱਥੇ ਧਰਨ ਦੀ ਕਰੋ। ਸਿਪਾਹੀਆਂ ਨੂੰ ਸ਼ਰਮ ਆ ਗਈ। ਇੱਕ ਸਿਪਾਹੀ ਟੱਟੀ ਵਿੱਚ ਗਿਆ ਤੇ ਦੂਸਰੇ ਨੇ ਸ਼ਵਾਬ ਨੂੰ ਹੱਥ ਪਾਇਆ। ਉਹਨਾਂ ਨੇ ਕੀ ਕੀਤਾ ਆ, ਟਾਇਲਟ ਨੂੰ ਸਾਫ਼ ਕਰਨਾ ਸਿਪਾਹੀਆਂ ਨੇ ਸ਼ੁਰੂ ਕੀਤਾ। ਉਹ ਨਹੀਂ ਚਾਹੁੰਦੇ ਸੀ ਕਿ ਸਾਡੀ ਮੇਜਰ ਸਾਹਿਬ ਇਸ ਟਾਇਲਟ ਨੂੰ ਖੁਦ ਸਾਫ਼ ਕਰਨ। ਟੱਟੀ ਸਾਫ਼ ਹੁੰਦੀ ਰਹੀ, ਮੇਜਰ ਸਾਹਿਬ ਹੱਸਦੇ ਰਹੇ। ਭਾਈ ਮੈਂ ਤੁਹਾਨੂੰ ਪਹਿਲਾਂ ਰਾਜ ਕੋਲ ਕਹਿੰਦੇ ਭਾਈ ਮੈਂ ਤੋਂ ਪਹਿਲਾਂ ਧਰਮਰਾਜ ਕੋਲ ਜਾਣਾ ਹੈ, ਮੈਂ ਉਸ ਨੂੰ ਦੱਸਾਂ ਕਿ ਬੰਤਾ ਸਿੰਘ ਨੇ ਕਿਹੋ ਜਿਹੀ ਸਫਾਈ ਕੀਤੀ ਸੀ। ਖੂਹ ਪਾਣੀ ਡੋਲੀ ਵੇਖੀ ਜਰਾ ਬੂ ਨਾ ਆਵੇ। ਬੰਤਾ ਸਿੰਘ ਕਿਹੜਾ ਸੀਗਾ, ਉਹਨਾਂ ਦਾ ਹੀ ਇੱਕ ਅਧਿਕਾਰੀ ਸੀ, ਭਾਵ ਸਿਪਾਹੀ ਸੀ। ਕਹਿੰਦੇ ਤੋਂ ਪਹਿਲਾਂ ਧਰਮਰਾਜ ਕੋ ਮੈਂ ਜਾਣਾ ਕਿਉਂਕਿ ਮੇਰੀ ਏਜ ਤੁਹਾਡੇ ਨਾਲੋਂ ਜ਼ਿਆਦਾ ਵੱਡੀ ਆ। ਕਹਿੰਦਾ ਮੈਂ ਉੱਥੇ ਜਾ ਕੇ ਦੱਸਾਂਗਾ ਕਿ ਤੁਸੀਂ ਕਿਸ ਤਰ੍ਹਾਂ ਖੂਬ ਸਫਾਈ ਕੀਤੀ ਸੀ। ਟੱਟੀ ਸਾਫ਼ ਹੋ ਗਈ। ਅਸ਼ਵਾਬ ਉਸੇ ਵਿੱਚ ਚਿਣ ਦਿੱਤਾ ਗਿਆ। ਸਾਰੇ ਡੱਬੇ ਦੀ ਫਿਜ਼ਾ ਬਦਲ ਗਈ। ਉਹ ਅਫਸਰ ਡੱਬੇ ਦਾ ਕੇਂਦਰ ਬਣ ਗਿਆ, ਬੜਾ ਹਸਮੁਖ। ਸਭ ਅੱਖਾਂ ਉਸ ਤੇ ਭੌ ਗਈਆਂ। ਉਹ ਡੱਬੇ ਦੇ ਵਿੱਚ ਕੀ ਹੈ, ਮੇਜਰ ਸਾਹਿਬ ਨੇ ਪੂਰੀ ਰੌਣਕ ਲਾਈ ਹੋਈ ਸੀ। ਠੀਕ ਹੈ, ਹੁਣ ਮੇਜਰ ਸਾਹਿਬ ਨੂੰ ਸਾਰੇ ਅਤੇ ਜਿੰਨੇ ਵੀ ਸੀ ਉੱਥੇ ਸਵਾਰੀਆਂ ਸੀਗੀਆਂ ਉਹ ਪਸੰਦ ਕਰਨ ਲੱਗੀਆਂ ਕਿਉਂਕਿ ਉਹਨਾਂ ਦਾ ਸੁਭਾਅ ਕੀ ਸੀ, ਬਹੁਤ ਹੀ ਜ਼ਿਆਦਾ ਹਸਮੁਖ ਸੀ। ਅਗਲੇ ਸਟੇਸ਼ਨ ਤੇ ਸਕੰਜਵੀ ਵੇਚਣ ਵਾਲਾ ਆਇਆ। ਆਉਂਦਾ ਹੀ ਠੰਡੇ ਮਿੱਠੇ ਗਲਾਸ, ਆਨੇ ਗਲਾਸ ਗਰਮੀ ਨਾਲ ਕਈਆਂ ਦੇ ਮੂੰਹ ਸੁੱਕੇ। ਠੀਕ ਹੈ, ਫਿਰ ਡੱਬੇ ਦੇ ਵਿੱਚ ਕੀ ਆਇਆ, ਗੱਡੀ ਦੇ ਡੱਬੇ ਦੇ ਵਿੱਚ ਕੀ ਆਇਆ, ਸਟੇਸ਼ਨ ਤੇ ਇੱਕ ਸਕੰਜਵੀ ਵੇਚਣ ਵਾਲਾ ਆਉਂਦਾ ਹੀ ਉਹਨੇ ਕੀ ਲਈਆਂ ਹਿੱਕਾਂ, ਠੰਡੇ ਮਿੱਠੇ ਜਲ ਦੇ ਗਲਾਸ ਲਓ, ਆਨੇ ਦੇ ਗਲਾਸ ਲਓ। ਗਰਮੀਆਂ ਨਾਲ ਕੀ ਸੀ, ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਅਤੇ ਸਾਰਿਆਂ ਦੇ ਬੁੱਲ੍ਹ ਸੁੱਕੇ ਪਏ ਸਨ। ਵੇਖ ਭਾਈ ਬੰਤਾ ਸਿਆ ਠੰਡੇ ਮਿੱਠੇ ਹੈਗੀ। ਫਿਰ ਉਹਨੇ ਪੁੱਛਿਆ, ਬੰਤਾ ਸਿੰਘ ਨੂੰ ਕਿਹਾ ਮੇਜਰ ਸਾਹਿਬ ਨੇ, ਭਾਈ ਦੇਖ ਜਿਹੜਾ ਭਾਈ ਸਕੰਜਵੀ ਵੇਚਦਾ ਵੀ ਇਹ ਮਿੱਠੇ ਠੰਡੇ ਹੈਗੇ ਵੀ ਨੇ ਕਿ ਨਹੀਂ। ਦੋਨਾਂ ਸਿਪਾਹੀਆਂ ਨੂੰ ਗਲਾਸ ਦਵਾ ਦਿੱਤੇ। ਭੀੜ ਬਹੁਤ ਸੀ, ਪੀਣਾ ਕਈ ਚਾਹੁੰਦੇ ਸਨ ਪਰ ਬਾਰੀ ਤੱਕ ਪਹੁੰਚਣਾ ਮੁਸ਼ਕਲ ਸੀ ਕਿਉਂਕਿ ਉਸ ਡੱਬੇ ਵਿੱਚ ਬਹੁਤ ਜ਼ਿਆਦਾ ਘੱਟ ਸੀ। ਪੀਣਾ ਤਾਂ ਸਾਰੇ ਚਾਹੁੰਦੇ ਸੀ। ਉਹਨੇ ਕੀ ਕੀਤਾ, 2 ਗਲਾਸ ਲਿੱਤੇ ਅਤੇ ਆਪਣੇ ਸਿਪਾਹੀਆਂ ਨੂੰ ਫੜਾ ਦਿੱਤੇ। ਫੜਾਈ ਬੰਤਾ ਸਿਆ ਉਹਨਾਂ ਭਾਈ ਨੂੰ। ਉਹ ਲਾਲਾ ਜੀ ਵੀ ਬੁੱਲ ਪਏ ਚੂਸਦੇ ਨਹੀਂ, ਉਸ ਕਾਕੇ ਨੂੰ ਵੀ ਦੇਈ। ਫਿਰ ਉਹਨਾਂ ਨੇ ਕੀ ਕਿਹਾ, ਕਹਿੰਦੇ ਉਹ ਲਾਲਾ ਜੀ ਨੂੰ ਵੀ ਇੱਕ ਗਲਾਸ ਦੇਈ, ਕਹਿੰਦੇ ਹਨਾ ਉਹਨਾਂ ਦੇ ਵੀ ਬੁੱਲ ਸੁੱਕੇ ਪਏ ਨੇ, ਤੇ ਇਸ ਕਾਕੇ ਨੂੰ ਵੀ ਇੱਕ ਸ਼ਿਕੰਜਵੀ ਦਾ ਗਲਾਸ ਦੇਈ। 19 ਗਲਾਸ ਪਿਆਏ ਗਏ। ਕਿੰਨੇ? 19 ਗਲਾਸ। ਗੱਡੀ ਤੁਰਨ ਵਾਲੀ ਸੀ। ਪਾਣੀ ਵਾਲਾ ਪੈਸਿਆਂ ਬਾਰੇ ਚਿੰਤਾ ਕਰ ਰਿਹਾ ਸੀ। ਠੀਕ ਹੈ, ਲੈ ਭਾਈ ਤੂੰ ਲੈ ਜਾ 1.25 ਰੁਪਈਆ। ਉਹਦੇ ਹੱਥ ਫੜਾ ਕੇ ਮੇਜਰ ਸਾਹਿਬ ਨੇ ਆਖਿਆ, ਮੈਂ ਇਹਨਾਂ ਕੋਲੋਂ ਆਪੇ ਹੀ ਉਧਾਰ ਲਵਾਂਗਾ ਜਾਂ ਉਗਰਾ ਲਵਾਂਗਾ, ਭਾਵ ਮੈਂ ਖੁਦ ਹੀ ਲੈ ਲਾਂਗਾ, ਹਿਸਾਬ ਕਿਤਾਬ ਖੁਦ ਕਰਾਂਗੇ, ਤੂੰ ਮੇਰੇ ਤੋਂ ਲੈ ਜਾ। ਠੀਕ ਹੈ, ਸਵਾਰੀਆਂ ਦੇ ਦਿਲਾਂ ਵਿੱਚ ਹੱਸੂ ਕਰਦੇ ਮੇਜਰ ਦੀ ਬੜੀ ਇੱਜ਼ਤ ਬਣ ਗਈ ਸੀ। ਉਹ ਆਪਣੇ ਪੈਸੇ ਹੱਥੋਂ ਹੱਥੀ ਘੱਲਣੇ ਸ਼ੁਰੂ ਕਰ ਦਿੱਤੇ। ਪਰ ਮੇਜਰ ਸਾਹਿਬ ਨੇ ਝੋਲੀ ਅੱਡ ਕੇ ਹਾਸੇ ਵਿੱਚ ਗੱਲ ਉਡਾ ਦਿੱਤੀ। ਫਿਰ ਮੇਜਰ ਸਾਹਿਬ ਨੇ ਕੀ ਕਿਹਾ, ਕਿਉਂਕਿ ਉਹ ਸਵਾਰੀਆਂ ਤੋਂ ਪੈਸੇ ਨਹੀਂ ਲੈਣਾ ਚਾਹੁੰਦੇ ਸੀ, ਉਹਨਾਂ ਨੇ ਹਾਸੇ ਵਿੱਚ ਕਿਹਾ, ਕੀ ਕਿਹਾ, ਆਨਾ ਮੈਂ ਲਈ ਲੈਣਾ, ਜੇ ਲੈਣਾ ਹੈ ਤਾਂ ਨੋਟ ਨਾਟ ਪਾਓ, ਮੇਰਾ ਕੁਝ ਵੀ ਬਣੇ, ਮੈਂ ਛੁੱਟੀ ਕਰ ਜਾ ਰਿਹਾ। ਉਹਨਾਂ ਨੇ ਕਿਹਾ ਮੈਂ ਆਨਾ ਨਹੀਂ ਲੈਣਾ, ਜੇ ਕਿਸੇ ਨੇ ਦੇਣੇ ਨੇ ਤਾਂ ਮੈਨੂੰ ਵੱਡੇ ਨੋਟ ਦੇਵੋ, ਕਾਫੀ ਸਾਰੇ ਪੈਸੇ ਦੇਵੋ ਤਾਂ ਜੋ ਕਿ ਮੇਰਾ ਕੁਝ ਬਣੇ। ਕਿਉਂਕਿ ਮੈਂ ਘਰ ਛੁੱਟੀ ਲਈ ਜਾ ਰਿਹਾ ਹਾਂ। ਇੰਨੇ ਨੂੰ ਕਿਸੇ ਤੰਬਾਕੂ ਪੀਣਾ ਚਾਹਿਆ। ਨਾਲ ਦੇ ਨੇ ਆਖਿਆ, ਨਾ ਸਰਦਾਰ ਸਾਹਿਬ ਦੇ ਹੁੰਦਿਆਂ ਨਹੀਂ ਪੀਣਾ। ਮੇਜਰ ਸਾਹਿਬ ਨੇ ਸੁਣ ਲਿਆ ਤੇ ਹੱਸ ਕੇ ਬੋਲੇ, ਪੀਣਾ ਕਿਉਂ ਨਹੀਂ, ਬੇਸ਼ੱਕ ਪਿਓ, ਪਰ ਕੋਈ ਵਧੀਆ ਜਿਹਾ ਸਿਗਰਟ ਪੀਣਾ। ਕਿਸੇ ਨੇ ਪੁੱਛਿਆ, ਵਧੀਆ ਨਾਲ ਕੀ ਫਰਕ ਪੈਂਦਾ। ਠੀਕ ਹੈ, ਸਵਾਰੀਆਂ ਹੁਣ ਕਿਉਂਕਿ ਮੇਜਰ ਸਾਹਿਬ ਦਾ ਸਤਿਕਾਰ ਕਰਦੀਆਂ ਸੀ, ਉਹਨਾਂ ਨੇ ਕਿਹਾ ਵੀ ਤੁਸੀਂ ਤੰਬਾਕੂ ਨਹੀਂ ਪੀਣਾ ਹੈਗਾ, ਇੱਕ ਸਵਾਰੀ ਨੇ ਕਿਹਾ। ਫਿਰ ਮੇਜਰ ਸਾਹਿਬ ਨੇ ਕਿਹਾ, ਨਹੀਂ ਪੀਓ ਜ਼ਰੂਰ, ਪਰ ਪੀਓ ਵਧੀਆ ਕਿਸਮ ਦਾ। ਵਧੀਆ ਸਿਗਰਟਾਂ ਦਾ ਤਾਂ ਧੂੰਆਂ ਤਾਂ ਕਈ ਵਾਰੀ ਸਾਡੇ ਅੰਗਰੇਜ਼ ਅਸਕਰ ਸਾਡੇ ਮੂੰਹ ਤੇ ਮਾਰਿਆ ਹੈ, ਉਸ ਧੂਏ ਦੀ ਸਾਨੂੰ ਆਦਤ ਹੈ। ਜਦੋਂ ਮੇਜਰ ਸਾਹਿਬ ਨੂੰ ਬੀੜੀ ਦੀ ਸਮਝ ਆਈ ਤਾਂ ਉਹਨਾਂ ਆਖਿਆ, ਬੀੜੀ ਦਾ ਧੂੰਆਂ ਤੂੰ ਬਾਰੀ ਤੋਂ ਬਾਹਰ ਸੁੱਟ ਛੱਡੀ ਨਾ, ਸਾਡੇ ਵੱਲ ਮਾਰੀ ਪਰ ਪੀ ਜ਼ਰੂਰ। ਉਹ ਕਹਿੰਦੇ ਵੀ ਸਿਗਰਟ ਜ਼ਰੂਰ ਪੀ ਤੋਂ ਜੋ ਵੀ ਪੀਣੀ ਆ, ਪਰ ਗੱਡੀ ਦੇ ਵਿੱਚ ਨਾ ਇਹਦਾ ਧੂੰਆਂ ਛੱਡੀ, ਨਾ ਸਾਡੇ ਮੂੰਹ ਤੇ ਮਾਰੀ, ਗੱਡੀ ਦਾ ਧੂੰਆਂ ਗੱਡੀ ਦੀ ਟਾਕੀ ਤੋਂ ਬਾਹਰ ਮਾਰੀ। ਤੇ ਇਹ ਆਖ ਕੇ ਉਹਨਾਂ ਸੂਟਾਂ ਉਹਨਾਂ ਹੀ ਲਵਾ ਦਿੱਤਾ। ਅਗਲੇ ਸਟੇਸ਼ਨ ਤੇ ਇੱਕ ਹੌਲਦਾਰ ਨੇ ਪਲੇਟਫਾਰਮ ਤੋਂ ਸਲੂਟ ਖੜਕਾ ਕੇ ਪੁੱਛਿਆ, ਸਾਹਿਬ ਆਪ ਆਪਣਾ ਡੱਬਾ ਛੱਡ ਕੇ ਇੱਥੇ ਕਿਉਂ ਆ ਗਏ। ਕਹਿੰਦੇ ਅਗਲੇ ਸਟੇਸ਼ਨ ਤੇ ਜਦੋਂ ਗੱਡੀ ਰੁਕੀ ਤਾਂ ਉੱਥੇ ਕਹਿੰਦੇ ਇੱਕ ਹੌਲਦਾਰ ਨੇ ਕੀ ਕੀਤਾ, ਮੇਜਰ ਸਾਹਿਬ ਨੂੰ ਸਲੂਟ ਮਾਰਿਆ ਅਤੇ ਪੁੱਛਿਆ ਕਿ ਸਾਹਿਬ ਆਪ ਇੱਥੇ ਉਹ ਡੱਬਾ ਛੱਡ ਕੇ ਕਿਉਂ ਆ ਗਏ। ਮੈਂ ਕੀ ਲੈਣਾ ਸੀ, ਪੇ ਮਰਿਆਂ ਦੇ ਡੱਬੇ ਵਿੱਚ ਕੋਈ ਅਖਬਾਰ ਪੜ੍ਹਦਾ ਸੀ, ਕੋਈ ਕਿਤਾਬ ਮੂੰਹ ਅੱਗੇ ਧਰੀ ਬੈਠਾ ਸੀ, ਕੋਈ ਸਿਗਰਟ ਦੇ ਧੂਏ ਵੱਲ ਹੀ ਵੇਖੀ ਜਾ ਰਿਹਾ ਸੀ। ਮੈਂ ਇੱਥੇ ਆ ਗਿਆ, ਇੱਥੇ ਸਭ ਦੇ ਪੈ ਜਿਉਂਦੇ ਜਾਪਦੇ ਨੇ। ਕਹਿੰਦੇ ਮੈਨੂੰ ਉਸ ਡੱਬੇ ਵਿੱਚ ਜਮਾ ਵੀ ਵਧੀਆ ਨਹੀਂ ਲੱਗਿਆ। ਕਹਿੰਦੇ ਉੱਥੇ ਸਾਰੇ ਆਪੋ ਆਪਣੇ ਵਿੱਚ ਮਸਤ ਸਨ। ਕਹਿੰਦੇ ਕੋਈ ਅਖਬਾਰ ਪੜ੍ਹਦਾ ਸੀ, ਕੋਈ ਧੂਏ ਵੱਲ ਦੇਖੀ ਜਾਂਦਾ ਸੀ। ਕਹਿੰਦਾ ਉੱਥੇ ਐਂ ਲੱਗਦੇ ਸੀ ਜਿਵੇਂ ਕੋਈ ਜਿਉਂਦਾ ਜਾਗਦਾ ਹੈ ਹੀ ਨਹੀਂ। ਕਹਿੰਦਾ ਇਸ ਡੱਬੇ ਵਿੱਚ ਰੌਣਕ ਸੀ, ਇਸ ਲਈ ਮੈਂ ਇੱਥੇ ਆ ਗਿਆ। ਫਿਰ ਮੈਂ ਤੁਹਾਡੀ ਸੀਟ ਤੇ ਜਾਂ ਬਵਾਂ, ਸਮਾਨ ਦਾ ਧਿਆਨ ਰੱਖਾਂ। ਨਾ ਭਾਈ ਨਾ, ਉੱਥੇ ਤਾਂ
ਮੇਰਾ ਜਾਂ ਨਸ਼ੀਨ ਬੈਠਾ ਈ। ਉਹ ਕੌਣ ਸਾਹਿਬ? ਤੁਰਦੀ ਗੱਡੀ ਦੇ ਜੰਗਲੇ ਨਾਲ ਕੋਈ ਲਟਕ ਗਿਆ। ਮੈਨੂੰ ਡਰ ਲੱਗਾ ਕਿਤੇ ਡਿੱਗ ਡਿਗਾ ਕੇ ਮਰ ਜਾਏਗਾ, ਫਿਰ ਗਵਾਹੀਆਂ ਭੁਗਤਣੀਆਂ ਪੈਣਗੀਆਂ। ਮੈਂ ਉਹਨੂੰ ਅੰਦਰ ਬਾੜ ਲਿਆ। ਅਗਲੇ ਸਟੇਸ਼ਨ ਤੇ ਮੈਂ ਉਹਨੂੰ ਆਖਿਆ ਕਿ ਕਿਸੇ ਹੋਰ ਡੱਬੇ ਵਿੱਚ ਚਲਾ ਜਾਏ, ਪਰ ਉਹ ਪੈਰੀ ਪਏ। ਜੀ ਮੈਨੂੰ ਕਿਸ ਨੇ ਥਾਂ ਦੇਣੀ? ਮੈਂ ਆਪਣੀ ਟਿਕਟ ਉਹਦੇ ਨਾਲ ਬਿਠਾ ਕੇ ਇੱਥੇ ਆ ਗਿਆ। ਬੰਤਾ ਸਿੰਘ ਹੋਰੀ ਇੱਥੇ ਬੈਠੇ ਸਨ। ਮੇਜਰ ਸਾਹਿਬ ਨੇ ਫਿਰ ਕਿਹਾ ਕਿ ਮੇਰੇ ਹੁੰਦੇ ਉਸ ਸਟੇਸ਼ਨ ਉਸ ਗੱਡੀ ਦੇ ਉਸ ਡੱਬੇ ਦੇ ਵਿੱਚ ਕਹਿੰਦੇ ਕੋਈ ਹੋਰ ਸਵਾਰੀ ਬੈਠੀ ਆ। ਕਹਿੰਦੇ ਉਹ ਇਸ ਚੱਲਦੀ ਗੱਡੀ ਨੂੰ ਲਮਕ ਪਿਆ ਸੀ। ਕਹਿੰਦੇ ਮੈਨੂੰ ਡਰ ਸੀ ਵੀ ਇਹ ਕਿਤੇ ਇਸ ਡੱਬੇ ਤੋਂ ਨੀਚੇ ਗਿਰ ਕੇ ਮਰ ਨਾ ਜਾਵੇ, ਫਿਰ ਗਵਾਹੀਆਂ ਭੁਗਤਣੀਆਂ ਪੈਣਗੀਆਂ। ਇਸ ਕਰਕੇ ਮੈਂ ਕੀ ਕੀਤਾ, ਉਸ ਡੱਬੇ ਵਿੱਚ ਉਸ ਨੂੰ ਆਪਣੀ ਜਗ੍ਹਾ ਦੇ ਦਿੱਤੀ ਅਤੇ ਅਗਲੇ ਸਟੇਸ਼ਨ ਤੇ ਉਤਰ ਕੇ ਮੈਂ ਇਸ ਡੱਬੇ ਵਿੱਚ ਆ ਕੇ ਬਹਿ ਗਿਆ। ਸੁਣ ਕੇ ਸਵਾਰੀਆਂ ਦੰਗ ਰਹਿ ਗਈਆਂ, ਪਰ ਉਹ ਭਲੇ ਸਰਦਾਰ ਨੇ ਕਿਸੇ ਨੂੰ ਆਪਣੀ ਤਾਰੀਫ ਨਾ ਕਰਨ ਦਿੱਤੀ। ਜਿਹੜਾ ਕੋਈ ਸ਼ੁਰੂ ਕਰੇ ਕੋਈ ਹੋਰ ਹੀ ਗੱਲ ਆਪਣੇ ਕੋਲ ਪਾ ਕੇ ਉਸਨੂੰ ਚੁੱਪ ਕਰਾ ਦੇ। ਜਦ ਸਾਰੀਆਂ ਸਵਾਰੀਆਂ ਨੇ ਦੇਖਿਆ ਕਿ ਮੇਜਰ ਸਾਹਿਬ ਦੀ ਇੰਨੀ ਤਾਰੀਫ ਹੋ ਰਹੀ ਹੈ, ਇਹ ਤਾਂ ਕੋਈ ਵੱਡਾ ਅਫਸਰ ਆ ਤੇ ਇੰਨੇ ਚੰਗੇ ਦਿਲ ਦਾ ਮਾਲਿਕ ਆ, ਤਾਂ ਉਹ ਸਾਰੀਆਂ ਹੈਰਾਨ ਹੋ ਗਈਆਂ ਤੇ ਉਸਦੀ ਤਾਰੀਫ ਕਰਨ ਲੱਗੀਆਂ। ਪਰ ਮੇਜਰ ਸਾਹਿਬ ਹਮੇਸ਼ਾ ਜਦੋਂ ਵੀ ਉਹ ਤਾਰੀਫ ਕਰਨ ਲੱਗੇ ਤੇ ਤਾਂ ਕੋਈ ਹੋਰ ਗੱਲ ਕਰਨੀ ਸ਼ੁਰੂ ਕਰ ਦਿੰਦੇ। ਅਗਲੇ ਸਟੇਸ਼ਨ ਦੇ ਮੇਜਰ ਸਾਹਿਬ ਨੇ ਲੈ ਜਾਣਾ ਸੀ। ਉਹਨਾਂ ਕੋਲੋਂ ਨਾਲ ਦਿਆਂ ਦਾ ਪਤਾ ਪੁੱਛਿਆ। ਉਹ ਸਿਪਾਹੀਆਂ ਨਾਲ ਉਹਨਾਂ ਦਾ ਅਸ਼ਬਾਬ ਇਕੱਠਾ ਕਰਨ ਲੱਗ ਪਏ। ਸ਼ਬਾਬ ਦਾ ਯੁੱਧ ਮੁਕਾ ਲਈਏ, ਫਿਰ ਮੈਂ ਤੁਹਾਨੂੰ ਆਪਣਾ ਸਾਰਾ ਪਤਾ ਲਿਖ ਕੇ ਦੇਵਾਂਗਾ। ਮੇਜਰ ਸਾਹਿਬ ਨੇ ਫਿਰ ਗੱਲ ਟਾਲ ਦਿੱਤੀ। ਉਹ ਕਹਿੰਦੇ ਪਹਿਲਾਂ ਆਪਾਂ ਇਹ ਕੰਮ ਮੁਕਾ ਲਈਏ, ਉਹਦੇ ਬਾਅਦ ਚੋਂ ਕਹਿੰਦੇ ਮੈਂ ਤੁਹਾਨੂੰ ਸਾਰਾ ਆਪਣਾ ਪਤਾ ਟਿਕਾਣਾ ਦੱਸਦਾ ਹਾਂ। ਸਟੇਸ਼ਨ ਆਇਆ, ਕੂਲੀਆਂ ਤੇ ਸਵਾਰੀਆਂ ਦਾ ਰੌਲਾ ਪੈ ਗਿਆ ਤੇ ਮੇਜਰ ਸਾਹਿਬ ਸਭ ਨੂੰ ਹੱਥ ਜੋੜਦੇ ਹੋਏ ਇਹ ਕਹਿੰਦੇ ਕਾਲੀ ਕਾਲੀ ਗੱਡੀਆਂ ਉਤਰ ਗਏ। ਮੈਂ ਆਪਣਾ ਨਿੱਕ ਸੁੱਕ ਵੀ ਪੈ ਮਰਿਆਂ ਦੇ ਡੱਬੇ 'ਚੋਂ ਇਕੱਠਾ ਕਰਨਾ ਹੈ। ਐਤਕੀ ਮਾਫੀ ਦਿਓ ਤੇ ਫਿਰ ਇਹੋ ਜਿਹਾ ਮੌਕਾ ਮਿਲ ਗਿਆ ਤਾਂ ਪੂਰਾ ਪਤਾ ਨੋਟ ਕਰਵਾ ਦਿਆਂਗਾ। ਮੇਜਰ ਸਾਹਿਬ ਨੇ ਫਿਰ ਸਵਾਰੀਆਂ ਨੂੰ ਕਿਹਾ, ਕਹਿੰਦੇ ਮੈਂ ਉਹ ਡੱਬੇ ਦੇ ਵਿੱਚੋਂ ਆਪਣਾ ਹਜੇ ਸਾਰਾ ਸਮਾਨ ਚੱਕਣਾ ਆ ਤੇ ਕਹਿੰਦੇ ਕੋਈ ਗੱਲ ਨਹੀਂ ਵੀ ਇਸ ਵਾਰ ਮੈਨੂੰ ਮਾਫ ਕਰੋ, ਜਦੋਂ ਆਪਾਂ ਦੁਬਾਰਾ ਮਿਲਾਂਗੇ ਫਿਰ ਮੈਂ ਤੁਹਾਨੂੰ ਆਪਣਾ ਪੂਰਾ ਪਤਾ ਟਿਕਾਣਾ ਦੱਸਾਂਗਾ ਵੀ ਕਿੱਥੇ ਰਹਿੰਦਾ ਆ। ਕਹਿੰਦਾ ਆਓ ਗਏ ਸਾਰੇ ਡੱਬੇ 'ਚੋਂ ਰੂਹ ਨਿਕਲ ਗਈ। ਡੱਬਾ ਭਾਂ ਕਰਨ ਲੱਗ ਪਿਆ ਕਿਉਂਕਿ ਡੱਬੇ ਦੀ ਰੌਣਕ ਜਿਹੜੀ ਸੀਗੀ ਮੇਜਰ ਸਾਹਿਬ ਸੀਗੇ। ਠੀਕ ਹੈ, ਮੇਜਰ ਸਾਹਿਬ ਜਦੋਂ ਡੱਬੇ 'ਚੋਂ ਨਿਕਲ ਕੇ ਤਾਂ ਡੱਬਾ ਕੀ ਆ ਸੁੰਨਸਾਨ ਹੋ ਗਿਆ ਕਿਉਂਕਿ ਮੇਜਰ ਸਾਹਿਬ ਹਸਮੁਖ ਸੁਭਾਅ ਦੇ ਸੀ। ਉਹਨਾਂ ਨੇ ਡੱਬੇ ਦੇ ਵਿੱਚ ਰੌਣਕ ਲਾਈ ਹੋਈ ਸੀ ਤੇ ਉਹ ਹਰ ਇੱਕ ਦੀ ਹੈਲਪ ਵੀ ਕਰਦੇ ਸੀ। ਇਸ ਕਰਕੇ ਉਹ ਸਾਰਿਆਂ ਦੇ ਦਿਲ ਨੂੰ ਕੀ ਆ ਮੋਹ ਗਏ। ਬੱਚੇ ਤੁਸੀਂ ਇਸ ਕਹਾਣੀ ਨੂੰ ਬਹੁਤ ਕੁਝ ਸਿੱਖਿਆ ਹੋਵੇਗਾ। ਤੁਹਾਨੂੰ ਫਸਟ ਅਸਾਈਨਮੈਂਟ ਇਸ ਕਹਾਣੀ ਦੀ ਦਿੱਤੀ ਗਈ ਸੀ। ਆਓ ਆਪਾਂ ਹੁਣ ਉਹਨਾਂ ਦੇ ਕੁਝ ਕੁਐਸਚਨ ਆਨਸਰ ਰੀਡ ਕਰਦੇ ਹਾਂ। ਫਸਟ ਕੁਐਸਚਨ ਹੈ, ਉਸ ਅਖੀਰਲੀ ਸੀਟ ਤੇ ਬੈਠੇ ਆਦਮੀ ਨੇ ਅਗਲੇ ਸਟੇਸ਼ਨ ਤੇ ਉਤਰ ਜਾਣਾ ਸੀ, ਤੁਸੀਂ ਕਿਸੇ ਤਰ੍ਹਾਂ ਉੱਥੇ ਪਹੁੰਚ ਜਾਓ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਆਨਸਰ, ਇਹ ਸ਼ਬਦ ਮੇਜਰ ਸਾਹਿਬ ਨੇ ਇੱਕ ਭਾਰੇ ਜਿਹੇ ਸਰੀਰ ਵਾਲੇ ਵਿਅਕਤੀ ਨੂੰ ਕਹੇ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਆ ਕਿ ਇਹ ਸ਼ਬਦ ਕਿਹਨੇ ਕਹੇ ਸੀ? ਮੇਜਰ ਸਾਹਿਬ ਨੇ ਇੱਕ ਭਾਰੇ ਜਿਹੇ ਜੋ ਸਵਾਰੀ ਚੜੀ ਸੀਗੀ ਉਹਨੂੰ ਕਹੇ ਸੀ। ਸੈਕਿੰਡ ਹੈ, ਇਹ ਸ਼ਬਦ ਕਿਉਂ ਕਹੇ ਗਏ ਸਨ? ਇਸ ਦਾ ਮੁੱਖ ਕਾਰਨ ਦੱਸੋ। ਇਹ ਸ਼ਬਦ ਇਸ ਲਈ ਕਹੇ ਗਏ ਸਨ ਕਿਉਂਕਿ ਮੇਜਰ ਸਾਹਿਬ ਭਾਰੇ ਸਰੀਰ ਵਾਲੇ ਵਿਅਕਤੀ ਦੀ ਮਦਦ ਕਰਨਾ ਚਾਹੁੰਦੇ ਸਨ। ਉਸ ਨੂੰ ਗੱਡੀ ਵਿੱਚ ਬੈਠਣ ਦੀ ਥਾਂ ਦੇ ਕੇ ਅਗਲੇ ਸਟੇਸ਼ਨ ਤੇ ਕੀ ਕਰਨਾ ਚਾਹੁੰਦੇ ਸਨ? ਪਹੁੰਚਾਉਣਾ ਚਾਹੁੰਦੇ ਸਨ। ਥਰਡ ਕੁਐਸਚਨ ਹੈ, ਇਸ ਵਾਰਤਾਲਾਪ ਨੂੰ ਕਰਨ ਵਾਲੇ ਪਾਤਰ ਦੇ ਸੁਭਾਅ ਤੇ ਚਾਨਣਾ ਪਾਓ। ਤੁਸੀਂ ਹੁਣ ਦੱਸਣਾ ਆ ਕਿ ਜਿਹੜਾ ਮੇਜਰ ਸਾਹਿਬ ਨੇ ਉਹ ਕਿਵੇਂ ਦੇ ਸੀਗੇ। ਠੀਕ ਹੈ, ਮੇਜਰ ਸਾਹਿਬ ਇੱਕ ਦਿਆਲੂ ਸੁਭਾਅ ਦੇ ਇਨਸਾਨ ਸਨ। ਕਹਾਣੀ ਦੇ ਸ਼ੁਰੂ ਤੋਂ ਅੰਤ ਤੱਕ ਉਹ ਕਿਸੇ ਨਾ ਕਿਸੇ ਵਿਅਕਤੀ ਦੀ ਮਦਦ ਕਰਦੇ ਰਹਿੰਦੇ ਹਨ। ਉਹ ਨੇਕ ਦਿਲ ਇਨਸਾਨ ਅਤੇ ਵੱਖਰੀ ਸ਼ਖਸੀਅਤ ਦੇ ਮਾਲਕ ਸਨ। ਉਹਨਾਂ ਲਈ ਕੋਈ ਵੱਡਾ ਜਾਂ ਕੋਈ ਛੋਟਾ ਨਹੀਂ। ਉਹ ਬਿਨਾਂ ਭੇਦਭਾਵ ਤੋਂ ਹਰ ਇੱਕ ਵਿਅਕਤੀ ਦੀ ਕੀ ਕਰਦੇ ਸੀ? ਮਦਦ ਕਰਦੇ ਸੀ। ਇੱਕ ਦਿਆਲੂ ਸੁਭਾਅ ਦੇ ਮਾਲਕ ਸੀਗੇ। ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿੰਨੀਆਂ ਵੀ ਸਵਾਰੀਆਂ ਆਉਂਦੀਆਂ ਸੀ ਕਿਵੇਂ ਨਾ ਕਿਵੇਂ ਉਹਨਾਂ ਨੂੰ ਡੱਬੇ ਦੇ ਵਿੱਚ ਚੜਾ ਕੇ ਕੀ ਕਰਦੇ ਸੀ? ਉਹਨਾਂ ਨੂੰ ਥਾਂ ਦਿੰਦੇ ਸੀ। ਇਸ ਕਰਕੇ ਉਹ ਇੱਕ ਨੇਕ ਦਿਲ ਇਨਸਾਨ ਸੀ ਅਤੇ ਉਹ ਡੱਬੇ ਦੀ ਜਾਨ ਬਣ ਗਏ ਸਨ। ਇਹ ਸਰਦਾਰ ਜੀ ਤਮਾਸ਼ਾ ਵਿਖਾਉਣ ਲੱਗੇ ਹਨ, ਜਰਾ ਸੰਭਲ ਜੋ ਕਿਸ ਨੇ ਕਹੇ। ਇਹ ਸ਼ਬਦ ਮੇਜਰ ਸਾਹਿਬ ਨੇ ਗੱਡੀ ਵਿੱਚ ਬੈਠੀਆਂ ਸਵਾਰੀਆਂ ਨੂੰ ਕਹੇ ਸਨ। ਸੈਕਿੰਡ ਕੁਐਸਚਨ ਹੈ, ਉਹ ਅਫਸਰ ਡੱਬੇ ਦਾ ਕੇਂਦਰ ਬਣ ਗਿਆ, ਬੜਾ ਹਸਮੁਖ, ਸਭ ਅੱਖਾਂ ਉਹਦੇ ਵੱਲ ਭੌਂ ਗਈਆਂ। ਉਪਰੋਕਤ ਸਤਰਾਂ ਵਿੱਚ ਕਹਾਣੀ ਚੋਂ ਲਈਆਂ ਗਈਆਂ ਹਨ। ਵੀ ਜਿਹੜੀਆਂ ਉੱਪਰ ਦਿੱਤੀਆਂ ਗਈਆਂ ਇਹ ਲਾਈਨਾਂ ਨੇ, ਇਹ ਕਿਹੜੀ ਕਹਾਣੀ ਵਿੱਚੋਂ ਲੱਗੀਆਂ ਗਈਆਂ ਹਨ? ਉਪਰੋਕਤ ਸਤਰਾਂ ਭਾਵ ਲਾਈਨਾਂ ਕਹਾਣੀਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਲਿਖੀ ਕਹਾਣੀ ਪੌਂਤਾ ਪਾਂਦੀ ਵਿੱਚੋਂ ਕੀ ਆ ਲਈਆਂ ਗਈਆਂ ਹਨ। ਇਸ ਕਹਾਣੀ ਦਾ ਲੇਖਕ ਕੌਣ ਹੈ? ਇਸ ਕਹਾਣੀ ਦਾ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਹੈ। ਉਹ ਅਫਸਰ ਅਸਲ ਵਿੱਚ ਕੌਣ ਸੀ? ਉਹ ਅਫਸਰ ਫੌਜ ਦਾ ਕੀ ਸੀ? ਇੱਕ ਮੇਜਰ ਸੀ। ਉਸ ਦੇ ਨਾਲ ਉਸ ਦੇ ਕੀ ਸਨ? ਸਿਪਾਹੀ ਵੀ ਸਨ। ਅਫਸਰ ਦਾ ਚਿੱਤਰਨ ਦੱਸੋ। ਅਫਸਰ ਹਸਮੁਖ ਸੁਭਾਅ ਦਾ ਮਾਲਕ ਹੈ।
ਉਹ ਇੱਕ ਜ਼ਿੰਦਾ ਦਿਲ ਇਨਸਾਨ ਹੈ। ਉਹ ਕਿਸੇ ਵੀ ਇਨਸਾਨ ਵਿੱਚ ਭੇਦਭਾਵ ਨਹੀਂ ਕਰਦਾ। ਉਹ ਹਰ ਇੱਕ ਦੀ ਮਦਦ ਕਰਨ ਲਈ ਕੀ ਕਹਿੰਦਾ, ਹਮੇਸ਼ਾ ਹੀ ਤਿਆਰ ਰਹਿੰਦਾ ਹੈ। ਅੱਗੇ ਹੈ ਆਨਾ ਆਨਾ ਮੈਂ ਨਹੀਂ ਲੈਣਾ, ਜੇ ਦੇਣਾ ਏ ਤਾਂ ਨੋਟ ਪਾਓ, ਮੇਰਾ ਕੁਝ ਬਣੇ ਵੀ ਮੈਂ ਛੁੱਟੀ ਘਰ ਜਾ ਰਿਹਾ ਹਾਂ। ਠੀਕ ਆ, ਇਹ ਲਾਈਨਾਂ ਕਿਹਨੇ ਕਹੀਆਂ ਸੀ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ, ਮੇਜਰ ਸਿੰਘ ਨੇ। ਫਸਟ ਹੈ ਇਹ ਵਾਰਤਾਲਾਪ ਕਿਸ ਕਹਾਣੀ ਵਿੱਚੋਂ ਲਿਆ ਗਿਆ ਹੈ ਅਤੇ ਕਿਸ ਨੂੰ ਕਿਹਾ ਗਿਆ। ਇਹ ਵਾਰਤਾਲਾਪ ਪੌਂਤਾਪਾ ਦੀ ਕਹਾਣੀ ਵਿੱਚੋਂ ਲਿਆ ਗਿਆ ਹੈ। ਇਹ ਸ਼ਬਦ ਮੇਜਰ ਸਾਹਿਬ ਨੇ ਗੱਡੀ ਵਿੱਚ ਸਵਾਰੀਆਂ ਨੂੰ ਕਹੇ ਸਨ। ਸੈਕਿੰਡ, ਇਸ ਵਾਰਤਾਲਾਪ ਤੋਂ ਕਹਾਣੀ ਦੀ ਕਿਸ ਘਟਨਾ ਦਾ ਪਤਾ ਲੱਗਦਾ ਹੈ। ਜਦੋਂ ਅਗਲੇ ਸਟੇਸ਼ਨ ਤੇ ਇੱਕ ਹੌਲਦਾਰ ਨੇ ਪਲੇਟਫਾਰਮ ਤੋਂ ਸਲੂਟ ਖੜਕਾਈ ਤੇ ਪੁੱਛਿਆ, ਸਾਹਿਬ ਆਪ ਆਪਣਾ ਡੱਬਾ ਛੱਡ ਕੇ ਇੱਥੇ ਕਿਉਂ ਆ ਗਏ। ਸਭ ਸਵਾਰੀਆਂ ਆਪ ਦੇ ਮੂੰਹ ਵੱਲ ਵੇਖਣ ਲੱਗੀਆਂ ਤਾਂ ਉਸਨੇ ਕਿਹਾ, ਮੈਂ ਕੀ ਲੈਣਾ ਪੇ ਮਰਿਆਂ ਦੇ ਡੱਬੇ ਚੋਂ। ਫਿਰ ਜਦੋਂ ਸਵਾਰੀਆਂ ਹੈਰਾਨ ਹੋ ਗਈਆਂ ਸੀ। ਪਹਿਲਾਂ ਤਾਂ ਉਹ ਇੱਕ ਆਮ ਇਨਸਾਨ, ਆਮ ਸਵਾਰੀ ਹੀ ਲੱਗਦੇ ਸਨ ਡੱਬੇ ਦੇ ਵਿੱਚ, ਪਰ ਉਹ ਜਦੋਂ ਉਹਨਾਂ ਨੂੰ ਆ ਕੇ ਕਿਸੇ ਹੌਲਦਾਰ ਨੇ ਸਲੂਟ ਮਾਰਿਆ ਤੇ ਬੜੇ ਪਿਆਰ ਤੇ ਨਿਮਰਤਾ ਨਾਲ ਆਦਰ ਸਤਿਕਾਰ ਨਾਲ ਪੁੱਛਿਆ ਵੀ ਸਾਹਿਬ ਤੁਸੀਂ ਆਪਣਾ ਡੱਬਾ ਛੱਡ ਕੇ ਕਿਉਂ ਆ ਗਏ, ਤਾਂ ਸਾਰੀਆਂ ਸਵਾਰੀਆਂ ਦੇਖਣ ਲੱਗ ਗਈਆਂ ਵੀ ਇੱਕ ਐਡਾ ਵੱਡਾ ਅਫਸਰ ਹੋ ਕੇ ਇਹ ਕਿਸ ਤਰ੍ਹਾਂ ਸਭ ਦੀ ਖੁਦ ਮਦਦ ਕਰ ਰਿਹਾ। ਇਸ ਵਾਰਤਾਲਾਪ ਦੇ ਪਾਤਰ ਦੀ ਸੋਚਣੀ ਕਿਹੋ ਜਿਹੀ ਹੈ। ਮੇਜਰ ਸਾਹਿਬ ਅਨੁਸਾਰ ਸਮਾਜ ਵਿੱਚ ਕੋਈ ਵੱਡਾ ਛੋਟਾ ਨਹੀਂ, ਸਭ ਨੂੰ ਪਰਮਾਤਮਾ ਨੇ ਸਿਰਜਿਆ ਹੈ, ਭਾਵ ਸਭ ਨੂੰ ਪਰਮਾਤਮਾ ਨੇ ਹੀ ਬਣਾਇਆ ਹੈ। ਸਭ ਬਰਾਬਰ ਹਨ। ਇਨਸਾਨੀਅਤ ਦੇ ਨਾਤੇ ਸਾਨੂੰ ਸਭ ਦੀ ਮਦਦ ਕਰਨੀ ਚਾਹੀਦੀ ਹੈ। ਸਭ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ, ਕਿਉਂਕਿ ਅਸੀਂ ਸਾਰੇ ਪਰਮਾਤਮਾ ਦੇ ਬਣਾਏ ਹਾਂ। ਸਾਨੂੰ ਜਾਤ ਪਾਤ ਜਾਂ ਊਚ ਨੀਚ ਜਾਂ ਅਮੀਰ ਗਰੀਬ ਦੇਖ ਕੇ ਕਦੇ ਵੀ ਕਿਸੇ ਨਾਲ ਕੀ ਹੈ ਭੇਦਭਾਵ ਨਹੀਂ ਕਰਨਾ ਚਾਹੀਦਾ ਤੇ ਹਰ ਇੱਕ ਦੀ ਕੀ ਹੈ ਮਦਦ ਕਰਨੀ ਚਾਹੀਦੀ ਹੈ। ਕੌਣ ਛੁੱਟੀ ਤੇ ਘਰ ਜਾ ਰਿਹਾ ਸੀ। ਮੇਜਰ ਸਾਹਿਬ ਛੁੱਟੀ ਤੇ ਘਰ ਜਾ ਰਹੇ ਸਨ। ਆ ਗਏ ਸਾਰੇ ਡੱਬੇ ਚੋਂ ਰੂਹ ਨਿਕਲ ਗਈ, ਡੱਬਾ ਭਾਂ ਕਰਨ ਲੱਗਾ। ਇਹਦਾ ਫਸਟ ਕੁਐਸਚਨ ਹੈ ਇਹ ਸਤਰਾਂ ਕਿਸ ਕਹਾਣੀ ਵਿੱਚੋਂ ਲਈ ਗਈਆਂ ਹਨ। ਇਹ ਸਤਰਾਂ ਪੌਂਤਾਪਾ ਦੀ ਕਹਾਣੀ ਵਿੱਚੋਂ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਲਿਖੀ ਹੋਈ ਕਹਾਣੀ ਵਿੱਚੋਂ ਲਈ ਗਈਆਂ ਹਨ। ਡੱਬੇ ਦੀ ਰੂਹ ਕੌਣ ਸਨ। ਡੱਬੇ ਦੀ ਰੂਹ ਮੇਜਰ ਸਾਹਿਬ ਸਨ, ਜੋ ਬਹੁਤ ਦਿਆਲੂ ਅਤੇ ਨਰਮ ਭਰੇ ਦਿਲ ਦੇ ਮਾਲਕ ਸਨ। ਉਹਨਾਂ ਦਾ ਰਵੱਈਆ ਹਰ ਇਨਸਾਨ ਲਈ ਹਮਦਰਦੀ ਭਰਿਆ ਸੀ। ਉਹ ਹਰ ਇੱਕ ਦੀ ਮਦਦ ਕਰਦੇ ਸਨ। ਹਰ ਇੱਕ ਮਖੌਲੀਆ ਕਿਸਮ ਦੇ ਇਨਸਾਨ ਸਨ। ਉਹ ਹਰ ਇੱਕ ਨਾਲ ਮਖੌਲ ਕਰਦੇ ਸੀ ਅਤੇ ਹਰ ਇੱਕ ਦਾ ਕੀ ਕਰਦੇ ਸੀ, ਦਿਲ ਜਿੱਤ ਲੈਂਦੇ ਸਨ। ਸਾਰਾ ਡੱਬਾ ਭਾਂ ਕਿਉਂ ਕਰਨ ਲੱਗ ਪਿਆ ਸੀ, ਕਿਉਂਕਿ ਮੇਜਰ ਸਾਹਿਬ ਸਭ ਨੂੰ ਅਲਵਿਦਾ ਕਹਿੰਦੇ ਹੋਏ ਡੱਬੇ ਚੋਂ ਕਾਲੀ ਨਿਕਲ ਗਏ ਸਨ। ਉਹਨਾਂ ਨੇ ਕਿਸੇ ਨੂੰ ਵੀ ਆਪਣਾ ਕੀ ਥਾਂ ਪਤਾ ਨਹੀਂ ਦੱਸਿਆ ਸੀ। ਠੀਕ ਹੈ, ਉਹ ਡੱਬੇ ਦੀ ਰੂਹ ਕਿਸ ਤਰ੍ਹਾਂ ਬਣੇ। ਆਪਸੀ ਪਿਆਰ ਤੇ ਸਾਂਝ, ਸਵਾਰੀਆਂ ਦਾ ਹਾਸਾ ਮਖੌਲ ਕਰਨਾ, ਹਰ ਸਵਾਰੀ ਦੀ ਮਦਦ ਕਰਨਾ, ਮਦਦ ਵੀ ਕਰਨੀ ਅਤੇ ਆਪਣੀ ਤਾਰੀਫ ਵੀ ਕਿਸੇ ਨੂੰ ਨਾ ਕਰਵਾਉਣੀ, ਨਾ ਸੁਣਨ ਕਰਕੇ ਉਹ ਡੱਬੇ ਦੀ ਕੀ ਆ ਰੂਹ ਬਣ ਗਏ ਸਨ। ਬੱਚੇ ਇਹ ਸੀਗੇ ਇਸ ਕਹਾਣੀ ਦੇ ਕੁਐਸਚਨ ਆਨਸਰ। ਹੁਣ ਲੋਕਡਾਊਨ ਦੌਰਾਨ ਤੁਹਾਨੂੰ ਪਤਾ ਕਿ ਤੁਹਾਡੀ ਸਟੱਡੀ ਕਾਫੀ ਪਿੱਛੇ ਰਹਿ ਗਈ ਆ। ਤੁਸੀਂ ਇਹਨਾਂ ਦੇ ਕੁਐਸਚਨ ਆਨਸਰ ਘਰ ਤੋਂ ਚੰਗੀ ਤਰ੍ਹਾਂ ਤਿਆਰ ਕਰਨੇ ਨੇ ਤਾਂ ਜੋ ਤੁਹਾਨੂੰ ਅੱਗੇ ਪੇਪਰਾਂ ਟਾਈਮ ਕੋਈ ਵੀ ਮੁਸ਼ਕਿਲ ਨਾ ਆਵੇ। ਥੈਂਕਸ। Have a nice day.